किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। छेवें कांड दा पंजवां भाग जन नानक बिन आपा चीने। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। जब लग खालसा रहे न्यारा तब लग तेज दियों मैं सारा। इन्हां बचनां दा स्पष्ट अर्थ है कि खालसा जी का तेज प्रताप ਨਿਆਰਾ ਰਹਿਣ ਦੀ ਸ਼ਰਤ ਨਾਲ ਜੁੜਿਆ ਹੋਇਆ ਸੀ। ਰਾਜ ਭਾਗ ਖੁੱਸ ਜਾਣ 'ਤੇ ਸਾਨੂੰ ਚਾਹੀਦਾ ਸੀ ਕਿ ਅਸੀਂ ਆਪਣਾ ਆਪਾ ਫਰੋਲਦੇ ਕਿ ਅਸੀਂ ਅੱਜ ਵੀ ਉਹਨਾਂ ਹੀ ਗੁਣਾਂ ਦੇ ਮਾਲਕ ਹਾਂ ਜਿਨ੍ਹਾਂ ਗੁਣਾਂ ਦੇ ਕਾਰਨ ਸਾਨੂੰ ਤੇਜ ਪ੍ਰਤਾਪ ਦੀ ਪ੍ਰਾਪਤੀ ਹੋਈ ਸੀ। ਕਿੱਡੀ ਦੁਖਦਾਈ ਸਥਿਤੀ ਬਣੀ ਹੋਈ ਹੈ ਕਿ ਪੰਥਕ ਤੌਰ 'ਤੇ ਖਾਲਸਾ ਰਾਜ ਦੀ ਮੰਗ ਤਾਂ ਨਿਰੰਤਰ ਕੀਤੀ ਜਾ ਰਹੀ ਹੈ, ਪਰ ਆਪਾ ਫਰੋਲ ਕੇ ਆਪਣੇ ਅੰਦਰ ਆਵੜੀਆਂ ਕਮੀਆਂ ਨੂੰ ਦੂਰ ਕਰਨ ਦੀ ਲੋੜ ਅਸੀਂ ਮੁਕਾਈ ਬੈਠੇ ਹਾਂ। ਗੁਰਬਾਣੀ ਵਿੱਚੋਂ ਆਪਾ ਪਰਖਣ ਦਾ ਉਪਦੇਸ਼ ਕਈ ਵਾਰੀ ਪੜ੍ਹਿਆ ਸੁਣਿਆ ਜਾ ਰਿਹਾ ਹੁੰਦਾ ਹੈ। ਹੰਕਾਰ ਗ੍ਰਸੀ ਸੁਰ ਵਿੱਚ ਗੁਰੂ ਵਾਲੇ ਹੋਣ ਦੀ ਘੋਸ਼ਣਾ ਕਰਦੇ ਰਹਿਣ ਨੂੰ ਸੱਚੀ ਗੁਰੂ ਸੇਵਾ ਮਿਥੀ ਬੈਠੇ। ਬਾਣੀ ਅਤੇ ਬਾਣੇ ਦੇ ਧਾਰਨੀ ਇਹ ਅੰਮ੍ਰਿਤਧਾਰੀ ਸੱਜਣੋ ਕਿ ਆਪਣੇ ਸਤਿਗੁਰ ਜੀ ਦੇ ਹੁਕਮਾਂ ਅਨੁਸਾਰ ਜੀਵਨ ਬਣਾਉਣ ਦੀ ਗੱਲ ਵੀ ਕਦੇ ਸੋਚੀ ਜੇ? ਸਤਿਗੁਰਾਂ ਨੇ ਆਪਣੇ ਕਈ ਬਚਨਾਂ ਦੁਆਰਾ ਸਮਝਾਇਆ ਹੈ ਕਿ ਜਿਹੜੇ ਮਨੁੱਖ ਆਪਣੇ ਜੀਵਨ ਦੀ ਪੜਤਾਲ ਨਹੀਂ ਕਰਦੇ, ਜਿਹੜੇ ਮਨੁੱਖ ਆਪਣੀਆਂ ਖਾਮੀਆਂ ਵੱਲ ਝਾਤੀ ਨਹੀਂ ਮਾਰਦੇ, ਉਹ ਕਦੇ ਸੁਖੀ ਜੀਵਨ ਵਾਲੇ ਨਹੀਂ ਬਣ ਸਕਦੇ। ਮਾਇਆ ਦੇ ਮੋਹ ਵਿੱਚ ਡੁੱਬੇ ਰਹਿ ਕੇ ਆਤਮਕ ਮੌਤ ਸਹੇੜੀ ਬੈਠੇ ਵੀ ਅਸੀਂ ਵੱਡੇ ਧਰਮੀ ਹੋਣ ਦੀ ਵਡਿਆਈ ਦਾ ਹੰਕਾਰ ਲਈ ਬੈਠੇ ਹਾਂ। ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੇ ਵਡਿਆਈ। ਪਖੰਡ ਕੀਨੇ ਜਾਮ ਨਹੀਂ ਛੋਡੇ ਲੈ ਜਾਸੀ ਪੱਤ ਗਵਾਈ। ਪੰਨਾ 910। ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਆਪਾ ਪਰਖਣ ਬਾਰੇ ਸਤਿਗੁਰਾਂ ਦੇ ਪਾਵਨ ਬਚਨਾਂ ਤੋਂ ਸਿੱਖਿਆ ਲੈ ਕੇ ਆਪਣੇ ਅਸਲੇ ਦੀ ਪਛਾਣ ਕਰਨ ਦਾ ਉਪਰਾਲਾ ਕਰ ਵੇਖੀਏ। ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਦਾ ਖੋਵੈ ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਪੰਨਾ 685। ਅਰਥ ਪਿਛਲੇ ਕਰਮਾਂ ਅਨੁਸਾਰ ਤੋਂ ਆਤਮਕ ਮੌਤ ਦਾ ਲੇਖ ਲਿਖਵਾ ਕੇ ਜਗਤ ਵਿੱਚ ਆਇਆ ਜਿਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦਾ, ਜਿਹੜਾ ਆਪਣੇ ਆਪੇ ਦੀ ਪਛਾਣ ਕਰਕੇ ਆਪਣੇ ਗੁਣਾਂ ਔਗਣਾਂ ਵੱਲ ਕਦੇ ਝਾਤੀ ਨਹੀਂ ਮਾਰਦਾ, ਉਹ ਭਟਕ ਭਟਕ ਕੇ ਦੁਖੀ ਹੁੰਦਾ ਰਹਿੰਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਉਹ ਅਮੋਲਕ ਮਨੁੱਖਾ ਜਨਮ ਗਵਾ ਲੈਂਦਾ ਹੈ। ਅਨੇਕਾਂ ਹੋਰ ਯਤਨ ਕਰਕੇ ਸਹੇੜੀ ਹੋਈ ਆਤਮਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਰਹਿੰਦੀ ਹੈ। ਆਪ ਵਿਚਾਰ ਨਾ ਰੁਵੈ ਕੋਈ ਸਤਿਗੁਰ ਮਿਲੇ ਤਾਂ ਸੋਝੀ ਹੋਈ। ਬਿਨ ਗੁਰ ਬਜਰ ਕਪਾਟ ਨ ਖੁਲੈ ਸ਼ਬਦ ਮਿਲੇ ਨਿਸਤਾਰਾ ਹੈ। ਪੰਨਾ 1027। ਅਰਥ ਜਿਹੜਾ ਕੋਈ ਮਨੁੱਖ ਆਪਣੇ ਆਪੇ ਨੂੰ ਪੜਤਾਲਦਾ ਰਹਿੰਦਾ ਹੈ ਉਹ ਜੀਵਨ ਵਿੱਚ ਦੁਖੀ ਨਹੀਂ ਹੁੰਦਾ, ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲ ਪੈਣ। ਭਾਵ ਜੀਵਨ ਵਿੱਚ ਹੋਈਆਂ ਪ੍ਰਾਪਤੀਆਂ ਦੀ ਅਤੇ ਨਮੋਸ਼ੀਆਂ ਵਾਲੀਆਂ ਨਾਕਾਮੀਆਂ ਦੀ ਵਿਚਾਰ ਕਰਦਾ ਰਹਿ ਕੇ ਜਿਹੜਾ ਮਨੁੱਖ ਆਪਣਾ ਜੀਵਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਢਾਲਣਾ ਸਿੱਖ ਜਾਵੇ ਉਹ ਦੁਖੀ ਨਹੀਂ ਹੁੰਦਾ। ਗੁਰ ਮਿਲ ਪੈਣ ਦਾ ਅਰਥ ਗੁਰੂ ਦੇ ਸਰੂਪ ਦੇ ਦਰਸ਼ਨ ਨਹੀਂ ਹੈ। ਸਤਿਗੁਰਾਂ ਦੇ ਗਿਆਨ ਦੀ ਸੋਝੀ ਹੀ ਗੁਰੂ ਦੇ ਦਰਸ਼ਨ ਹਨ। ਮਾਇਆ ਦੇ ਮੋਹ ਤੋਂ ਉਪਜੀ ਹਉਮੈ ਦੇ ਕਾਰਨ ਮਨੁੱਖ ਦੀ ਅਕਲ 'ਤੇ ਪੜਦਾ ਪਿਆ ਰਹਿੰਦਾ ਹੈ। ਅਕਲ ਮਾਨੋ ਕਰੜੇ ਕਵਾੜਾਂ ਵਿੱਚ ਬੰਦ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਬਿਨਾਂ ਉਹ ਕਰੜੇ ਕਵਾੜ ਖੁੱਲ੍ਹਦੇ ਨਹੀਂ ਹਨ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਗਿਆਨ ਦੀ ਵਿਚਾਰ ਵਿੱਚ ਜੁੜਦਾ ਹੈ ਉਹ ਇਸ ਕੈਦ ਵਿੱਚੋਂ ਖਲਾਸੀ ਹਾਸਲ ਕਰ ਲੈਂਦਾ ਹੈ। ਬਿਨ ਗੁਰ ਪ੍ਰੀਤ ਨਾ ਉਪਜੈ ਹਉਮੈ ਮੈਲ ਨਾ ਜਾਏ। ਸੋਹੰ ਆਪ ਪਛਾਣੀਏ ਸ਼ਬਦ ਭੇਦ ਪਤਿ ਆਏ। ਗੁਰਮੁਖ ਆਪ ਪਛਾਣੀਏ ਅਵਰ ਕੇ ਕਰੇ ਕਰਾਏ। ਪੰਨਾ 59। ਅਰਥ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪ੍ਰਭੂ ਚਰਨਾਂ ਵਿੱਚ ਪ੍ਰੀਤ ਪੈਦਾ ਨਹੀਂ ਹੁੰਦੀ, ਕਿਉਂਕਿ ਮਨੁੱਖ ਦੇ ਆਪਣੇ ਉਦਮ ਨਾਲ ਮਨ ਵਿੱਚੋਂ ਹਉਮੈ ਦੀ ਮੈਲ ਦੂਰ ਨਹੀਂ ਹੋ ਜਾਂਦੀ। ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਗਿਆਨ ਵਿੱਚ ਵਿੱਝ ਜਾਂਦਾ ਹੈ, ਗੁਰੂ ਦੇ ਸ਼ਬਦ ਗਿਆਨ ਵਿੱਚ ਪਤੀਜ ਜਾਂਦਾ ਹੈ, ਤਦੋਂ ਇਹ ਪਛਾਣ ਆਉਂਦੀ ਹੈ ਕਿ ਮੇਰਾ ਆਪਾ ਪ੍ਰਭੂ ਵਿੱਚ ਲੀਨ ਹੋਇਆ ਹੈ ਕਿ ਨਹੀਂ। ਗੁਰੂ ਦੀ ਸ਼ਰਨ ਪੈ ਕੇ ਹੀ ਮਨੁੱਖ ਆਪਣੇ ਆਪ ਨੂੰ
ਆਪਣੇ ਅਸਲੇ ਨੂੰ ਪਛਾਣਦਾ ਹੈ। ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਹੋਰ ਕੋਈ ਉਦਮ ਕਰਾ ਹੀ ਨਹੀਂ ਸਕਦਾ। ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਪੰਨਾ 684। ਅਰਥ ਹੈ ਭਾਈ, ਗੁਰੂ ਦਾ ਆਤਮਿਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਬਾਹਰ ਹਰ ਥਾਂ ਇੱਕ ਪਰਮਾਤਮਾ ਨੂੰ ਵਸਦਾ ਸਮਝੋ। ਹੇ ਦਾਸ ਨਾਨਕ, ਆਪਣਾ ਆਤਮਿਕ ਜੀਵਨ ਪਰਖਣ ਤੋਂ ਬਿਨਾਂ ਮਨ ਉਤੋਂ ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੈ ਸੋਏ। ਹਰ ਗੁਣ ਗਾਵੈ ਮਤ ਉਤਮ ਹੋਏ, ਸਹਿਜੇ ਸਹਿਜ ਸਮਾਵੈ ਸੋਏ। ਪੰਨਾ 161। ਅਰਥ, ਸਤਿਗੁਰਾਂ ਦੀ ਮੱਤ 'ਤੇ ਚੱਲਦਿਆਂ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਹ ਇਸ ਜਨਮ ਵਿੱਚ ਹੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ ਅਤੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦੀ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ। ਉਹ ਸਦਾ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਸੋਈ ਗਿਆਨੀ ਜਿਸ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਬਵੇਗ। ਸੋ ਕੁਲਵੰਤਾ ਜਿਸ ਸਿਮਰੈ ਸੁਆਮੀ, ਸੋ ਪਤਵੰਤਾ ਜੇ ਆਪ ਪਛਾਨੀ। ਪੰਨਾ 1150। ਬਾਗ ਮਰੇ ਮਨ ਮਾਰੀਐ, ਜਿਸ ਸਤਿਗੁਰ ਦੀਖਿਆ ਹੋਏ। ਆਪ ਪਛਾਣੇ ਹਰ ਮਿਲੈ, ਬਹੁੜ ਨਾ ਮਰਨਾ ਹੋਏ। ਕੀਚੜ ਹਾਥ ਨਾ ਬੁੱਢਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਭਰੇ, ਗੁਰ ਸਰਵਰ ਸੱਚੀ ਪਾਲ। ਪੰਨਾ 1410। ਅਰਥ, ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਈ, ਭਾਵ ਜਿਸ ਨੇ ਸਤਿਗੁਰਾਂ ਦੀ ਸਿੱਖਿਆ ਅਨੁਸਾਰ ਜੀਵਨ ਬਣਾ ਲਿਆ, ਉਸ ਦਾ ਮਨ ਵਸ ਵਿੱਚ ਆ ਜਾਂਦਾ ਹੈ। ਉਸ ਦੇ ਅੰਦਰੋਂ ਆਤਮਿਕ ਜੀਵਨ ਨੂੰ ਖਾ ਜਾਣ ਵਾਲਾ ਬਘਿਆੜ ਮਰ ਜਾਂਦਾ ਹੈ। ਉਹ ਮਨੁੱਖ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ। ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ। ਮੁੜ ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੁੰਦਾ। ਪਰਮਾਤਮਾ ਉਸ ਮਨੁੱਖ ਨੂੰ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਇਸ ਵਾਸਤੇ ਉਸ ਦਾ ਹੱਥ ਚਿੱਕੜ ਵਿੱਚ ਨਹੀਂ ਡੁੱਬਦਾ, ਉਸ ਦਾ ਮਨ ਵਿਕਾਰਾਂ ਵਿੱਚ ਨਹੀਂ ਫਸਦਾ। ਗੁਰੂ ਦੀ ਸ਼ਰਨ ਪੈਣ ਵਾਲੇ, ਭਾਵ ਆਪਣਾ ਸਿਰ ਤਲੀ 'ਤੇ ਰੱਖ ਕੇ ਆਪਣੀ ਹਉਮੈ ਵਾਲੀ ਮੱਤ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗਿਆਨ ਨਾਲ ਸੁਰਤ ਜੋੜਨ ਵਾਲੇ ਮਨੁੱਖ ਵਿਕਾਰਾਂ ਦੇ ਚਿੱਕੜ ਵਿੱਚ ਡੁੱਬਣੋਂ ਬਚ ਨਿਕਲਦੇ ਹਨ। ਗੁਰੂ ਹੀ ਨਾਮ ਜਲ ਦਾ ਸਰੋਵਰ ਹੈ। ਗੁਰੂ ਹੀ ਸਦਾ ਥਿਰ ਰਹਿਣ ਵਾਲੀ ਕੰਧ ਹੈ, ਜੋ ਵਿਕਾਰਾਂ ਦੇ ਚਿੱਕੜ ਵਿੱਚ ਲਿਬੜਨ ਤੋਂ ਬਚਾਉਂਦਾ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ। ਆਪਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਪੰਨਾ 1378। ਅਰਥ, ਹੇ ਫਰੀਦ, ਜੇ ਤੂੰ ਬਰੀਕ ਅਕਲ ਵਾਲਾ ਸਮਝਦਾਰ ਹੈ ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰ। ਦੂਜਿਆਂ ਨੂੰ ਦੋਸ਼ੀ ਨਾ ਮਿੱਥ ਕੇ ਕਿ ਉਹਨਾਂ ਨੇ ਮੇਰਾ ਤੇਜ ਪ੍ਰਤਾਪ ਖੋਹ ਲਿਆ ਹੈ, ਜਾਂ ਦੂਜੇ ਮੈਨੂੰ ਤੇਜ ਪ੍ਰਤਾਪ ਨਹੀਂ ਲੈਣ ਦਿੰਦੇ, ਅਥਵਾ ਆਪ ਅੰਮ੍ਰਿਤਧਾਰੀ ਹੋ ਕੇ ਦੂਜਿਆਂ ਨੂੰ ਨਿਗੁਰੇ ਕਹਿ ਕੇ ਆਪਣੇ ਹੰਕਾਰ ਨੂੰ ਪੱਠੇ ਨਾ ਪਾ। ਆਪਣੀ ਬੁੱਕਲ ਵਿੱਚ ਮੂੰਹ ਦੇ ਕੇ ਵੇਖ ਕਿ ਤੇਰੇ ਆਪਣੇ ਕਰਮ ਕੈਸੇ ਹਨ। ਕਿਤੇ ਤੂੰ ਆਪ ਹੀ ਆਪਣਾ ਨਿਆਰਾ ਆਚਰਣ, ਨਿਆਰੀ ਗੁਰਮਤਿ ਮਰਜ਼ਾਦਾ ਤਾਂ ਨਹੀਂ ਗਵਾ ਬੈਠਾ ਹੋਇਆ। ਕਿਤੇ ਤੂੰ ਵਿਪਰਨ ਕੀ ਰੀਤ ਦਾ ਧਾਰਨੀ ਬਣ ਕੇ ਸਤਿਗੁਰੂ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਤਾਂ ਨਹੀਂ ਹੋ ਗਿਆ ਹੋਇਆ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸ਼ਨਾ ਫਿਰੇ ਹੰਕਾਰੀ। ਆਪ ਨ ਚੀਨੇ ਬਾਜ਼ੀ ਹਾਰੀ। ਪੰਨਾ 230। ਅਰਥ, ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ, ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬਣੀ ਰਹਿੰਦੀ ਹੈ। ਉਹ ਹੰਕਾਰ ਵਿੱਚ ਹੀ ਵਿਚਰਦਾ ਹੈ। ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ। ਇਸ ਵਾਸਤੇ ਉਹ ਮਨੁੱਖ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ। ਆਪਣੇ ਆਪੇ ਦੀ ਪਛਾਣ ਨਾ ਕਰਨ ਵਾਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਬੌਰਾ, ਭਾਵ ਸਿਰ ਫਿਰਿਆ ਫਰਮਾਨ ਕਰਦੇ ਹਨ। ਸੋ ਬੌਰਾ ਜੋ ਆਪ ਨਾ ਪਛਾਣੇ। ਪੰਨਾ 855। ਅੰਦਰ ਵੇਖਣਾ ਕਿ ਮੇਰੇ ਵਿੱਚ ਭੈੜ ਕਿਹੜੇ ਹਨ। ਕਿ ਮਨ ਮੈਂ ਮੇਰੀ ਵਾਲੇ ਹਉਮੈ ਰੋਗ ਦਾ ਰੋਗੀ ਤਾਂ ਨਹੀਂ। ਕਿ ਮੈਂ ਅਜਿਹਾ ਕੋਈ ਕਰਮ ਤਾਂ ਨਹੀਂ ਕੀਤਾ ਜਿਸ ਤੋਂ ਕਿਸੇ ਦੂਜੇ ਮਨੁੱਖ ਦਾ ਦਿਲ ਦੁਖਿਆ ਹੋਵੇ। ਅਤੇ ਜਦੋਂ ਇਸ ਤਰ੍ਹਾਂ ਆਪੇ ਨੂੰ ਪਛਾਣ ਕੇ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿ ਕੇ ਆਪਣੇ ਮਨ ਦੀ ਘਾੜਤ ਘੜਨੀ ਆਰੰਭ ਕਰ ਦਿੱਤੀ
ਤਾਂ ਉਸ ਇੱਕ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ। ਆਪ ਪਛਾਨੈ ਤਾਂ ਏਕੈ ਜਾਣੈ। ਪੰਨਾ 855। ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰਦੇ ਰਹਿਆਂ ਆਖਰ ਮਨ ਟਿਕਾਓ ਵਿੱਚ ਆ ਗਿਆ। ਆਪ ਪਛਾਣੇ ਘਰ ਵਸੈ, ਹਉਮੈ ਤ੍ਰਿਸ਼ਨਾ ਜਾਏ। ਪੰਨਾ 57। ਪੁਸਤਕ ਦੇ ਦੂਜੇ ਭਾਗ ਵਿੱਚ ਅਸੀਂ ਭੇਖ ਦੇ ਅਰਥ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ। ਆਪਣੀ ਅਸਲੀਅਤ ਨੂੰ ਲੁਕਾਉਣ ਵਾਲਾ ਪਹਿਰਾਵਾ ਭੇਖ ਅਖਵਾਉਂਦਾ ਹੈ। ਇਹ ਸੱਚਾਈ ਆਪਣੇ ਚੇਤੇ ਵਿੱਚ ਰੱਖ ਕੇ ਕਿ ਸਾਡੇ ਚੰਗੇ ਮਾੜੇ ਸੰਕਲਪਾਂ ਦੀ, ਸਾਡੀਆਂ ਸੱਚੀਆਂ ਝੂਠੀਆਂ ਵਿਚਾਰਾਂ ਦੀ ਪਰਖ ਕਰਕੇ ਨਾਲੋਂ ਨਾਲ ਫੈਸਲੇ ਕਰੀ ਜਾਣ ਵਾਲੇ ਆਪ ਸੱਚੇ ਦਾ ਸੱਚਾ ਦਰਬਾਰ, ਸੱਚਾ ਆਪ ਸੱਚਾ ਦਰਬਾਰ ਜਪਜੀ ਸਾਡੇ ਅੰਦਰ ਹੀ ਲੱਗਾ ਹੋਇਆ। ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਓ। ਪੰਨਾ 1092। ਆਓ ਭਲਾ ਆਪਣੇ ਅੰਦਰ ਝਾਤੀ ਮਾਰੀਏ ਕਿ ਅੱਜ ਅੰਮ੍ਰਿਤਧਾਰੀਆਂ ਦਾ, ਪੰਜ ਕਕਾਰਾਂ ਨਾਲ ਸ਼ਿੰਗਾਰਿਆ ਹੋਇਆਂ ਦਾ ਸਾਡਾ ਚੜ੍ਹਦੀ ਕਲਾ ਵਾਲਾ ਬਾਣਾ ਵੀ ਕਿਤੇ ਭੇਖ ਹੀ ਤਾਂ ਨਹੀਂ ਬਣ ਚੁੱਕਾ। ਕਿ ਅਸੀਂ ਸਤਿਗੁਰਾਂ ਦੇ ਫਰਮਾਨਾਂ ਦੀ ਪਰਵਾਹ ਕਰਦੇ ਹਾਂ? ਕਿ ਅਸੀਂ ਆਪਣੇ ਸਤਿਗੁਰਾਂ ਦੇ ਹੁਕਮਾਂ ਤੋਂ ਸਗੋਂ ਸਭ ਕੁਝ ਉਲਟ ਹੀ ਤਾਂ ਨਹੀਂ ਕਰ ਰਹੇ? ਕਿ ਅਸੀਂ ਆਪਣਾ ਆਪਾ ਪੜਤਾਲ ਕੇ ਆਪਣੀ ਜ਼ਿੰਦਗੀ ਆਪਣੇ ਸਤਿਗੁਰ ਦੇ ਹੁਕਮ ਅਨੁਸਾਰ ਢਾਲ ਲੈਣ ਵਾਸਤੇ ਕਦੇ ਸੋਚਿਆ ਵੀ ਹੈ? ਸਾਡੇ ਵਿੱਚੋਂ ਅੱਜ ਸ਼ਾਇਦ ਕੋਈ ਵੀ ਨਹੀਂ ਹੈ ਜਿਹੜਾ ਇਹਨਾਂ ਉਪਰੋਕਤ ਪ੍ਰਸ਼ਨਾਂ ਦੇ ਉੱਤਰ ਵਿੱਚ ਬੜੇ ਯਕੀਨ ਨਾਲ ਛਾਤੀ 'ਤੇ ਹੱਥ ਮਾਰ ਕੇ ਹਾਂ ਕਹਿ ਸਕਦਾ ਹੈ। ਲਗਭਗ ਸਾਰਿਆਂ ਦਾ ਪ੍ਰਤੱਖ ਉੱਤਰ ਨਾ ਵਿੱਚ ਹੀ ਹੈ। ਫਿਰ ਕੰਨ ਖੋਲ੍ਹ ਕੇ ਸੁਣ ਲਈਏ ਕਿ ਆਪਣੇ ਗੁਰੂ ਪਰਮੇਸ਼ਰ ਦੇ ਹੁਕਮਾਂ ਤੋਂ ਉਲਟ ਵਿਹਾਰ ਕਰਨ ਵਾਲਿਆਂ ਦਾ ਸਾਡਾ ਧਾਰਮਿਕ ਪਹਿਰਾਵਾ ਅਤੇ ਨਾਮ ਦੀ ਪ੍ਰਾਪਤੀ ਵਾਲੀ ਸਾਡੀ ਕੋਈ ਇੱਛਾ ਬਾਰੇ ਸਤਿਗੁਰਾਂ ਦਾ ਫਰਮਾਨ ਇਉਂ ਹੈ। ਕਹੇ ਪ੍ਰਭ ਅਵਰ ਅਵਰ ਕਿਛ ਕੀਜੈ, ਸਭ ਬਾਦ ਸ਼ਿੰਗਾਰ ਫੁਕਟਈਆ। ਕੀਓ ਸ਼ਿੰਗਾਰ ਮਿਲਨ ਕੈ ਤਾਈ, ਪ੍ਰਭ ਲਿਓ ਸੁਹਾਗਨ ਥੂਕ ਮੁਖ ਪਈਆ। ਪੰਨਾ 836। ਆਪਣੇ ਗੁਰੂ ਪਰਮੇਸ਼ਰ ਦੇ ਹੁਕਮਾਂ ਤੋਂ ਉਲਟ ਚੱਲਣ ਵਾਲਿਆਂ ਦਾ ਸਾਡਾ ਧਾਰਮਿਕ ਲਿਬਾਸ ਵਾਲਾ ਹਾਰ ਸ਼ਿੰਗਾਰ ਸਭ ਫੋਕਟ ਹੈ ਅਤੇ ਦਤਾਰ ਦੇ ਨਾਮ ਅੰਮ੍ਰਿਤ ਦੇ ਥਾਂ ਸਦਾ ਸਾਡੇ ਮੂੰਹ ਵਿੱਚ ਅਸਫਲਤਾ ਅਥਵਾ ਨਮੋਸ਼ੀ ਰੂਪ ਥੁੱਕ ਪੈਣਾ ਹੀ ਸਾਡੇ ਭਾਗ ਬਣ ਚੁੱਕੇ ਹਨ। ਆਪ ਕਰਾਏ ਕਰੇ ਆਪ, ਹਉ ਕੈਸਿਉ ਕਰੀ ਪੁਕਾਰ। ਆਪੇ ਲੇਖਾ ਮੰਗਸੀ, ਆਪ ਕਰਾਏ ਕਾਰ। ਜੋ ਤਿਸ ਭਾਵੈ ਸੋ ਥੀਐ, ਹੁਕਮ ਕਰੇਗਾ ਵਾਰ। ਆਪ ਛਡਾਏ ਛੁਟੀਐ, ਆਪੇ ਬਖਸ਼ਣ ਹਾਰ। ਆਪੇ ਵੇਖੈ ਸੁਣੇ ਆਪ, ਸਭ ਸੇ ਦੇ ਆਧਾਰ। ਸਭ ਮੈਂ ਏਕ ਵਰਤਦਾ, ਸਿਰ ਸਿਰ ਕਰੇ ਵਿਚਾਰ। ਗੁਰਮੁਖ ਆਪ ਵਿਚਾਰੀਐ, ਲੱਗੈ ਸੱਚ ਪਿਆਰ। ਨਾਨਕ ਕਿਸ ਨੂੰ ਆਖੀਐ, ਆਪੇ ਦੇਵਨਹਾਰ। ਪੰਨਾ 1283। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।